Good morning, students. Today we will start a new chapter. Chapter number 3, overhead, its classification and absorption या फिर apportionment. Firstly, what do you mean by overhead? All the indirect expenses like indirect labor, indirect employees cost, indirect expenses, indirect material, these are known as overhead. ਓਵਰਹੈਡ ਦਾ ਮੀਨਿੰਗ ਕੀ ਹੈ? ਉਹ ਸਾਰੇ ਇਨਡਾਇਰੈਕਟ ਐਕਸਪੈਂਸਿਸ ਜੋ ਡਾਇਰੈਕਟਲੀ ਕਿਸੇ ਨਾ ਕਿਸੇ ਇੱਕ ਪਰਟੀਕੂਲਰ ਆਬਜੈਕਟ ਦੇ ਉੱਤੇ ਜਾਂ ਫਿਰ ਪਰਟੀਕੂਲਰ ਕਾਸਟ ਆਬਜੈਕਟ ਦੇ ਉੱਪਰ ਆਈਡੈਂਟੀਫੀਏਬਲ ਨਾ ਹੋਣ, ਆਪਾਂ ਉਹਨੂੰ ਕੀ ਕਹਿ ਸਕਦੇ ਹਾਂ? ਓਵਰਹੈਡ ਕਹਿ ਸਕਦੇ ਹਾਂ। ਨੈਕਸਟ ਟੋਪਿਕ ਇਜ਼ ਸਟੈਪਸ ਇਨ ਓਵਰਹੈਡ ਅਕਾਊਂਟਿੰਗ। ਕਿਹੜੇ ਕਿਹੜੇ ਸਟੈਪਸ ਨੇ ਜੋ ਆਪਾਂ ਓਵਰਹੈਡ ਦੀ ਅਕਾਊਂਟਿੰਗ ਟਾਈਮ ਕਰਦੇ ਹਾਂ? ਫਸਟ ਇਜ਼ ਕਲੈਕਸ਼ਨ ਆਫ ਪ੍ਰੋਡਕਸ਼ਨ ਓਵਰਹੈਡ। ਜੇ ਆਪਾਂ ਗੱਲ ਕਰੀਏ ਇੱਕ ਪੂਰੇ ਦੇ ਪੂਰੇ ਲੈਵਲ ਦੀ, ਤਾਂ ਕਿੱਥੋਂ ਸਟਾਰਟ ਹੁੰਦਾ? ਪ੍ਰੋਡਕਸ਼ਨ ਤੋਂ ਲੈ ਕੇ ਐਡਵਰਟਾਈਜ਼ਮੈਂਟ ਮਾਰਕੀਟਿੰਗ ਤੱਕ ਹੈ ਜਿਹੜਾ ਇੱਕ ਪ੍ਰੋਸੈਸ ਹੈ ਉਹ ਚੱਲਦਾ ਹੈ। ਤਾਂ ਪ੍ਰੋਡਕਸ਼ਨ ਓਵਰਹੈਡ ਦੇ ਵਿੱਚ ਕੀ ਹੈ? ਸਟੋਰਸ ਰਿਕੁਆਈਜ਼ੇਸ਼ਨ ਦਾ ਮੀਨਿੰਗ ਕੀ ਹੈ? ਵੀ ਜਦੋਂ ਆਪਾਂ ਕਿਸੇ ਚੀਜ਼ ਦੀ ਰਿਕੁਆਇਰਮੈਂਟ ਪਾਉਂਦੇ ਹਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ? ਰਿਕੁਆਈਜ਼ੇਸ਼ਨ ਕਹਿ ਸਕਦੇ ਹਾਂ। ਲਾਈਕ ਇਨਡਾਇਰੈਕਟ ਮਟੀਰੀਅਲ, ਬਰਸ਼ਜ਼, ਬੂਮ, ਸੋਪ, ਆਇਲ, ਗਰੀਸ, ਵੇਸਟ ਕਲੋਥ, these drawn from stores are obtained by the store requisition which show standing order numbers। ਰਿਕੁਆਈਜ਼ੇਸ਼ਨ ਕੀ ਹੈ? ਵੀ ਇਹ ਸਭ ਚੀਜ਼ਾਂ ਦੀ ਜਦੋਂ ਆਪਾਂ ਰਿਕੁਆਇਰਮੈਂਟ ਪਾਉਂਦੇ ਤਾਂ ਉਹ ਕੀ ਇੱਕ ਫਸਟ ਸਟੈਪ ਹੈ ਸਟੋਰ ਰਿਕੁਆਈਜ਼ੇਸ਼ਨ। ਉਸ ਤੋਂ ਬਾਅਦ ਕੀ ਕਰਦੇ ਆਪਾਂ? ਵੇਜਸ ਅਨਾਲਿਸਿਸ ਸ਼ੀਟ ਕਰਦੇ ਹਾਂ। ਵੇਜਸ ਅਨਾਲਿਸਿਸ ਸ਼ੀਟ ਹੈ ਜਿਹੜੀ ਉਹ ਕਿਸ ਤਰ੍ਹਾਂ ਪ੍ਰੀਪੇਅਰ ਕੀਤੀ ਜਾਂਦੀ ਹੈ? ਇਹ ਪੀਰੀਓਡਿਕਲੀ ਪ੍ਰੀਪੇਅਰ ਕੀਤੀ ਜਾਂਦੀ ਹੈ ਕਾਰਡਸ ਤੋਂ। ਕਾਰਡਸ ਮੀਨਸ ਵੀ ਕਿੰਨੇ ਜਿਹੜੇ ਕਾਰਡਸ ਨੂੰ ਡਰਾਉਨ ਕੀਤੇ ਗਏ ਨੇ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ। ਨੈਕਸਟ ਇਜ਼ ਇਨਵੋਇਸ ਔਰ ਪਰਚੇਜ਼ ਵਾਚਰ। ਇਨਵੋਇਸਿਸ ਕੀ ਹੁੰਦੇ ਨੇ? ਵਾਚਰ ਵਗੈਰਾ। ਵਾਚਰ ਲਾਈਕ ਪਰਚੇਜ਼ ਵਾਚਰ, ਸੇਲ ਵਾਚਰ, ਕੈਸ਼ ਪੇਮੈਂਟ, ਕੈਸ਼ ਡਿਪੋਜ਼ਿਟ, ਇਹ ਸਭ ਕੀ ਨੇ? ਇੱਕ ਵਾਚਿੰਗ ਦਾ ਪ੍ਰੋਸੈਸ ਹੈ। ਨੈਕਸਟ ਇਜ਼ ਕੈਸ਼ ਬੁੱਕ। ਕੈਸ਼ ਬੁੱਕ ਦੇ ਵਿੱਚ ਆਪਾਂ ਕੀ ਕਰਦੇ ਹਾਂ? ਲਾਈਕ ਵੇਜਸ ਕੰਟਰੋਲ ਅਕਾਊਂਟ, ਜਨਰਲ ਲੈਜਰ ਐਡਜਸਟਮੈਂਟ ਅਕਾਊਂਟ। ਕੈਸ਼ ਬੁੱਕ ਦੇ ਵਿੱਚ ਆਪਾਂ ਕੀ ਕਰਦੇ ਹਾਂ? ਬਾਇੰਗ ਐਂਡ ਸੈਲਿੰਗ ਦੀ ਐਂਟਰੀਜ਼ ਨੂੰ ਰਿਕਾਰਡ ਕਰਦੇ ਹਾਂ। ਨੈਕਸਟ ਇਜ਼ ਜਰਨਲ ਐਂਟਰੀਜ਼। ਨੈਕਸਟ ਇਜ਼ ਸਬਸਿਡਰੀ ਵਿੱਚ ਕੀ ਕਰਦੇ ਹਾਂ ਆਪਾਂ? ਪੈਟੀ ਕੈਸ਼ ਐਕਸਪੈਂਸਿਸ, ਜੋ ਕਿ ਬਹੁਤ ਹੀ ਛੋਟੇ ਛੋਟੇ ਐਕਸਪੈਂਸਿਸ ਹੁੰਦੇ ਨੇ ਡੇ ਟੂ ਡੇ, ਜਿਵੇਂ ਸਟੇਸ਼ਨਰੀ ਪ੍ਰਿੰਟਿੰਗ ਦੇ ਵਗੈਰਾ ਦੇ, ਉਹ ਸਾਰੇ ਕੀ ਨੇ? ਸਬਸਿਡਰੀ ਰਿਕਾਰਡਸ ਦੇ ਵਿੱਚ ਆ ਜਾਂਦੇ ਨੇ। ਨੈਕਸਟ ਟੋਪਿਕ ਇਜ਼ ਕਲਾਸੀਫਿਕੇਸ਼ਨ ਆਫ ਓਵਰਹੈਡ। ਕਲਾਸੀਫਿਕੇਸ਼ਨ ਦੇ ਵਿੱਚ ਕੀ ਹੈ? ਫਸਟ ਟਾਈਪ ਹੈ ਫੰਕਸ਼ਨਲ ਕਲਾਸੀਫਿਕੇਸ਼ਨ। ਫੰਕਸ਼ਨਲ ਦੇ ਵਿੱਚ ਕੀ ਕਹਿ ਸਕਦੇ ਆਪਾਂ? ਅਕੋਰਡਿੰਗ ਟੂ ਫੰਕਸ਼ਨ ਜਾਂ ਫਿਰ ਅਕੋਰਡਿੰਗ ਟੂ ਐਕਸਪੈਂਸਿਸ। ਵੀ ਆਪਾਂ ਇੱਕ ਮੇਜਰ ਐਕਟੀਵਿਟੀ ਨੂੰ ਜਦੋਂ ਰੈਫਰੈਂਸ ਦੇ ਕੇ ਕੋਈ ਐਕਸਪੈਂਸਿਸ ਦੀ ਕਲਾਸੀਫਿਕੇਸ਼ਨ ਕਰਦੇ ਹਾਂ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ? ਫੰਕਸ਼ਨਲ ਕਲਾਸੀਫਿਕੇਸ਼ਨ ਕਹਿ ਸਕਦੇ ਹਾਂ ਓਵਰਹੈਡਸ ਦੀ। ਹੁਣ ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੇ ਲਈ ਕਿਹੜੇ ਕਿਹੜੇ ਫੰਕਸ਼ਨਸ ਹੋ ਸਕਦੇ ਨੇ? ਮੈਨੂਫੈਕਚਰਿੰਗ ਦੇ, ਐਡਮਿਨ ਦੇ, ਸੈਲਿੰਗ, ਡਿਸਟਰੀਬਿਊਸ਼ਨ, ਰਿਸਰਚ ਐਂਡ ਡਿਵੈਲਪਮੈਂਟ। ਤਾਂ ਇਹ ਕਿਹੜੀ ਓਵਰਹੈਡਸ ਦੀ ਕਲਾਸੀਫਿਕੇਸ਼ਨ ਹੈ? ਫੰਕਸ਼ਨਲ ਕਲਾਸੀਫਿਕੇਸ਼ਨ ਹੈ ਇਹ। ਨੈਕਸਟ ਇਜ਼ ਕਲਾਸੀਫਿਕੇਸ਼ਨ ਵਿਦ ਰਿਗਾਰਡ ਟੂ ਬਿਹੇਵੀਅਰ ਆਫ ਐਕਸਪੈਂਡੀਚਰ। ਐਕਸਪੈਂਡੀਚਰ ਦਾ ਮੀਨਿੰਗ ਕੀ ਹੈ? ਐਕਸਪੈਂਡੀਚਰ ਦੇ ਬਿਹੇਵੀਅਰ 'ਤੇ ਕਹਿ ਸਕਦੇ ਹਾਂ ਵੀ ਫਿਕਸਡ ਨੇ, ਵੇਰੀਏਬਲ ਨੇ ਜਾਂ ਫਿਰ ਸੈਮੀ ਵੇਰੀਏਬਲ ਨੇ। ਫਿਕਸਡ ਕੀ ਹੈ? ਦੇਖੋ ਟਾਈਮ ਪੀਰੀਅਡ ਅਕੋਰਡਿੰਗ ਚੇਂਜ ਨਹੀਂ ਹੁੰਦਾ। ਵੇਰੀਏਬਲ 'ਚੋਂ ਆਊਟਪੁੱਟ ਅਕੋਰਡਿੰਗ ਚੇਂਜ ਹੁੰਦੇ ਰਹਿੰਦਾ। ਅਤੇ ਸੈਮੀ ਵੇਰੀਏਬਲ ਕੀ ਹੁੰਦਾ? ਮਿਕਸ ਅਪ ਆਫ ਬੋਥ ਫਿਕਸਡ ਪਲੱਸ ਵੇਰੀਏਬਲ। ਆਪਾਂ ਉਸਨੂੰ ਕੀ ਕਹਿ ਸਕਦੇ ਹਾਂ? ਸੈਮੀ ਵੇਰੀਏਬਲ ਐਕਸਪੈਂਸਿਸ ਜਾਂ ਫਿਰ ਸੈਮੀ ਵੇਰੀਏਬਲ ਓਵਰਹੈਡਸ। ਅਤੇ ਇਹਨਾਂ ਦਾ ਇੱਕ ਨਾਮ ਕੀ ਹੈ? ਮਿਕਸਡ ਜਾਂ ਫਿਰ ਸੈਮੀ ਫਿਕਸਡ। ਕਿਉਂ ਮਿਕਸਡ ਕਿਉਂ ਹੈ? ਕਿਉਂਕਿ ਇਸ ਦੇ ਵਿੱਚ ਦੋਨੋਂ ਹੀ ਟਾਈਪਸ ਨੇ ਜਿਹੜੀਆਂ ਉਹ ਮਿਕਸ ਹੋ ਜਾਂਦੇ ਨੇ, ਫਿਕਸਡ ਪਲੱਸ ਵੇਰੀਏਬਲ। ਨੈਕਸਟ ਟੋਪਿਕ ਇਜ਼ ਡਿਟਰਮੀਨੇਸ਼ਨ ਆਫ ਡਿਗਰੀ ਆਫ ਵੇਰੀਏਬਿਲਿਟੀ ਆਫ ਐਕਸਪੈਂਸਿਸ। ਡਿਟਰਮੀਨੇਸ਼ਨ ਕੀ ਹੈ? ਗ੍ਰਾਫੀਕਲ ਪ੍ਰੈਜੈਂਟੇਸ਼ਨ ਮੈਥਡ ਫਸਟ ਹੈ। ਸੈਕਿੰਡ ਹੈ ਲੀਸਟ ਸਕੇਅਰ ਮੈਥਡ। ਹੁਣ ਗ੍ਰਾਫੀਕਲ ਦੇ ਵਿੱਚ ਕਿਸ ਤਰ੍ਹਾਂ ਦੇਖੋ, ਤੁਹਾਨੂੰ ਕੀ ਹੋਏਗਾ? ਡਾਟਾ ਦਿੱਤਾ ਹੋਏਗਾ, ਜਿਵੇਂ ਮੰਥਸ ਦੇ ਵਿੱਚ ਦਿੱਤਾ ਹੋਇਆ ਡਾਟਾ, ਆਊਟਪੁੱਟ ਦਿੱਤੀ ਹੋਈ ਹੈ, ਅਤੇ ਇਸ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ ਕਿੰਨੇ ਐਕਸਪੈਂਸਿਸ ਆਏ। ਲਾਈਕ ਜੇ ਤੁਸੀਂ 500 ਯੂਨਿਟਸ ਪ੍ਰੋਡਿਊਸ ਕੀਤੀਆਂ ਤਾਂ ਤੁਹਾਡੇ ਲੇਬਰ ਦੇ ਐਕਸਪੈਂਸਿਸ ਆ ਗਏ 2000। ਜੇ ਤੁਸੀਂ ਯੂਨਿਟਸ ਇਨਕਰੀਜ਼ ਕਰਕੇ 600 ਲੱਗ ਗਏ ਪ੍ਰੋਡਿਊਸ ਕਰਨ ਤਾਂ ਕਿੰਨਾ ਹੋਊਗਾ? 2200। ਤਾਂ ਇਸਨੂੰ ਗ੍ਰਾਫ ਦੇ ਵਿੱਚ ਕਿਸ ਤਰ੍ਹਾਂ ਪ੍ਰੈਜੈਂਟ ਕਰ ਰਿਹਾ? ਤਾਂ O ਐਕਸਿਸ ਅਤੇ OY ਦੇ ਉੱਪਰ ਡਰਾਅ ਕਰੋਗੇ, ਇਸਨੂੰ ਯੂਨਿਟਸ ਲੈ ਲਓਗੇ ਅਤੇ ਤੁਹਾਡਾ ਐਕਸਪੈਂਸਿਸ ਲੈ ਲਓਗੇ, ਤਾਂ ਇਹਦਾ ਕੀ ਹੋ ਗ੍ਰਾਫ ਡਰਾਅ ਕਰ ਸਕਦੇ ਹੋ। ਫਿਕਸਡ ਕਾਸਟ ਕਿਹੜੀ ਹੈ? ਜਿਹੜੀ ਤੁਹਾਡੀ ਪਰਮਾਨੈਂਟ ਰਹਿੰਦੀ ਹੈ। ਬੇਸ਼ੱਕ ਤੁਸੀਂ ਕਿੰਨੀਆਂ ਯੂਨਿਟਸ ਬਣਾ ਰਹੇ ਹੋ, 500 ਜਾਂ ਫਿਰ 740, ਕਿੰਨੀਆਂ ਵੀ ਯੂਨਿਟਸ ਬਣਾ ਰਹੇ ਹੋ, ਫਿਕਸਡ ਕਾਸਟ ਕੀ ਹੈ? ਕਾਂਸਟੈਂਟ ਹੈ। ਵੇਰੀਏਬਲ ਕੀ ਹੈ? ਜੋ ਟਾਈਮ ਟੂ ਟਾਈਮ ਆਊਟਪੁੱਟ ਦੇ ਨਾਲ ਕੀ ਹੋ ਰਹੀ ਹੈ? ਚੇਂਜ ਹੋ ਰਹੀ ਹੈ। ਤਾਂ ਇੱਕ ਕੀ ਹੋਗਾ? ਗ੍ਰਾਫ ਦੇ ਵਿੱਚ ਆਪਾਂ ਡਰਾਅ ਕਰ ਲਿਆ। ਨੈਕਸਟ ਹੈ ਲੀਸਟ ਸਕੇਅਰ ਮੈਥਡ। ਲੀਸਟ ਸਕੇਅਰ ਦੇ ਵਿੱਚ ਕੀ ਕਰਦੇ ਹਾਂ ਆਪਾਂ? ਡੈਵੀਏਸ਼ਨਸ ਲੈ ਲੈਂਦੇ ਹਾਂ ਜਦੋਂ ਐਕਸ ਦੀ ਸਕੇਅਰ, ਐਕਸ ਵਾਈ, ਜਿਸ ਤਰ੍ਹਾਂ ਤੁਸੀਂ ਕੀਤਾ ਹੋਇਆ ਨਾ ਰਿਗਰੈਸ਼ਨ, ਕੋਰੀਲੇਸ਼ਨ ਵਗੈਰਾ ਦੇ ਵਿੱਚ, ਤਾਂ ਉਹ ਮੈਥਡਸ ਲੱਗ ਜਾਣੇ। ਤੁਹਾਡੇ ਲਈ ਇੰਨਾ ਇੰਪੋਰਟੈਂਟ ਨਹੀਂ ਹੈ ਇਹ। ਨੈਕਸਟ ਇਲਸਟ੍ਰੇਸ਼ਨ ਨੰਬਰ 2 ਅਤੇ ਇਲਸਟ੍ਰੇਸ਼ਨ ਨੰਬਰ 3, ਇਹਨਾਂ ਨੂੰ ਇੱਕ ਵਾਰ ਦੇਖ ਲਿਓ, ਟਰਾਈ ਕਰ ਲਿਓ, ਕਿਉਂਕਿ ਇਹਨਾਂ ਦੇ ਵਿੱਚ ਕਿੰਨੇ ਸਿਰਫ ਡਾਟਾ ਦਿੱਤਾ ਹੋਇਆ, ਗ੍ਰਾਫਸ ਹੀ ਡਰਾਅ ਕਰਨੇ ਨੇ। ਬਿਲਕੁਲ ਈਜ਼ੀ ਜਿਹਾ ਟੋਪਿਕ ਹੈ ਇਹ।
ਨੈਕਸਟ ਟੌਪਿਕ ਕੀ ਹੈ ਨੈਸੈਸਿਟੀ ਆਫ ਕਲਾਸੀਫਿਕੇਸ਼ਨ ਜਾਂ ਫਿਰ ਇੰਪੋਰਟੈਂਸ ਆਫ ਕਲਾਸੀਫਿਕੇਸ਼ਨ ਫॉर ਓਵਰਹੈਡ ਵੀ ਆਪਾਂ ਓਵਰਹੈਡ ਨੂੰ ਫਿਕਸ ਤੇ ਵੇਰੀਏਬਲ ਦੇ ਵਿੱਚ ਕਿਉਂ ਕਲਾਸੀਫਾਈ ਕਰਦੇ ਹਾਂ। ਫਸਟ ਕੀ ਹੈ ਫਿਕਸੇਸ਼ਨ ਆਫ ਸੈਲਿੰਗ ਪ੍ਰਾਈਸ ਕਿਉਂ ਕਿਉਂਕਿ ਦੇਖੋ ਕਈ ਵਾਰ ਕੀ ਕੀਤਾ ਜਾਂਦਾ ਹੈ ਸੇਮ ਆਰਟੀਕਲ ਦੇ ਲਈ ਕੀ ਕਰਦੇ ਮਾਰਕੀਟ ਦੇ ਵਿੱਚ ਡਿਫਰੈਂਟ ਪ੍ਰਾਈਸ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਡਿਫਰੈਂਟ ਪ੍ਰਾਈਸ ਜਿਹੜੀ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਜਾਂ ਫਿਰ ਰਿਡਿਊਸ ਕਰਨ ਦੇ ਲਈ ਆਪਾਂ ਕੀ ਕਰ ਲੈਂਦੇ ਹਾਂ ਕਲਾਸੀਫਿਕੇਸ਼ਨ ਕਰ ਲੈਂਦੇ ਹਾਂ ਓਵਰਹੈਡ ਦੀ। ਨੈਕਸਟ ਇਜ਼ ਫਰੇਮਿੰਗ ਦਾ ਫਲੈਕਸੀਬਲ ਬਜਟ ਆਪਾਂ ਨੂੰ ਪਤਾ ਵੀ ਜੇ ਆਪਾਂ ਸਿਰਫ ਇੱਕ ਹੀ ਬੇਸਿਕ ਮੰਨ ਲਿਆ ਵੀ ਫਿਕਸਡ ਓਵਰਹੈਡ ਹੀ ਰੱਖਣਾ ਤਾਂ ਫਲੈਕਸੀਬਲ ਦੇ ਲਈ ਕਿਤੇ ਵੀ ਕੀ ਨਹੀਂ ਹੋਣਾ ਐਡਜਸਟਮੈਂਟ ਨਹੀਂ ਹੋ ਪਾਉਣੀ। ਨੈਕਸਟ ਇਜ਼ ਇਫੈਕਟਿਵ ਕਾਸਟ ਕੰਟਰੋਲ ਈਜ਼ਲੀ ਕਾਸਟ ਜਿਹੜੀ ਕੰਟਰੋਲ ਹੋ ਜਾਂਦੀ ਹੈ ਕਿਉਂ ਆਪਾਂ ਸੈਗਰੀਗੇਟ ਕਰ ਲੈਂਦੇ ਹਾਂ ਫਿਕਸ ਤੇ ਵੇਰੀਏਬਲ ਨੂੰ ਅਲੱਗ-ਅਲੱਗ। ਨੈਕਸਟ ਕਿ ਮੈਨੇਜਮੈਂਟ ਡਿਸੀਜ਼ਨ ਦੇ ਲਈ ਮੈਨੇਜਮੈਂਟ ਡਿਸੀਜ਼ਨਸ ਕਿਹੜੇ ਹੋਣਗੇ ਯੂਟੀਲਾਈਜੇਸ਼ਨ ਵਗੈਰਾ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸੈਲਰੀ ਵਗੈਰਾ ਕਈ ਵਾਰ ਕੀ ਹੋ ਜਾਂਦਾ ਐਰਰ ਕਰਕੇ ਡਬਲ ਸ਼ੋ ਕਰਨ ਦੀ ਇਸ ਪ੍ਰੋਬਲਮਸ ਨੂੰ ਰਿਡਿਊਸ ਕਰਨ ਦੇ ਲਈ। ਨੈਕਸਟ ਇਜ਼ ਮਾਰਜਨਲ ਕਾਸਟਿੰਗ ਐਂਡ ਬ੍ਰੇਕ ਇਵਨ ਚਾਰਟ ਮਾਰਜਨਲ ਕਾਸਟਿੰਗ ਕੀ ਹੁੰਦੀ ਹੈ ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚ ਪੜ੍ਹ ਚੁੱਕੇ ਹਾਂ ਵੀ ਜਦੋਂ ਇੱਕ ਐਡੀਸ਼ਨਲ ਪ੍ਰੋਡਕਟ ਪ੍ਰੋਡਿਊਸ ਕਰਦਾ ਉਸ ਦੇ ਉੱਪਰ ਜਿਹੜੀ ਕਾਸਟ ਆਉਂਦੀ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ ਮਾਰਜਨਲ ਕਾਸਟ ਕਹਿ ਸਕਦੇ ਹਾਂ। ਨੈਕਸਟ ਇਜ਼ ਮੈਥਡ ਆਫ ਐਬਜ਼ੋਰਪਸ਼ਨ ਆਫ ਓਵਰਹੈਡ ਐਬਜ਼ੋਰਪਸ਼ਨ ਕਾਸਟਿੰਗ ਅਤੇ ਮਾਰਜਨਲ ਕਾਸਟਿੰਗ ਕੀ ਹੁੰਦੇ ਨੇ ਮਾਰਜਨਲ ਓਨਲੀ ਵੇਰੀਏਬਲ ਕਾਸਟ ਨੂੰ ਕੰਸੀਡਰ ਕਰਦੀ ਹੈ ਅਤੇ ਜੋ ਐਬਜ਼ੋਰਪਸ਼ਨ ਕਾਸਟਿੰਗ ਹੁੰਦੀ ਹੈ ਉਹ ਫਿਕਸਡ ਪਲੱਸ ਵੇਰੀਏਬਲ ਦੋਨਾਂ ਨੂੰ ਕਰਦੀ ਇਸ ਕਰਕੇ ਆਪਣੇ ਕੀ ਕੀਤਾ ਕਲਾਸੀਫਿਕੇਸ਼ਨ ਕੀਤੀ ਹੈ ਓਵਰਹੈਡ ਦੀ ਫਿਕਸਡ ਐਂਡ ਵੇਰੀਏਬਲ ਦੇ ਵਿੱਚ। ਨੈਕਸਟ ਇਲਸਟ੍ਰੇਸ਼ਨ ਨੰਬਰ 4th ਦੇ ਵਿੱਚ ਕੀ ਹੈ ਤਾਂ ਉਹਨੇ ਕਲਾਸੀਫਿਕੇਸ਼ਨ ਕਰਨੀ ਹੈ। ਹੁਣ ਦੇਖੋ ਫਸਟ ਆਪਣੇ ਕੋਲ ਡੈਪਰੀਸੀਏਸ਼ਨ ਔਨ ਪਲਾਂਟ ਹੁਣ ਤੁਹਾਨੂੰ ਪਤਾ ਵੀ ਇਹ ਕਿਹੜੇ ਓਵਰਹੈਡ ਦੇ ਵਿੱਚ ਜਾ ਸਕਦਾ ਸੈਲਿੰਗ ਦੇ ਵਿੱਚ ਜਾ ਸਕਦੇ ਡੈਪਰੀਸੀਏਸ਼ਨ ਨਹੀਂ ਜਾ ਸਕਦੀ ਇਹ ਕੋਈ ਐਡਮਿਨ ਲੈਵਲ ਦਾ ਵੀ ਖਰਚਾ ਨਹੀਂ ਹੈਗਾ ਜਾਂ ਫਿਰ ਕੋਈ ਡਿਵੈਲਪਮੈਂਟ ਦਾ ਵੀ ਨਹੀਂ ਤਾਂ ਇਹ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਡੈਪਰੀਸੀਏਸ਼ਨ ਕਿਸ ਲੈਵਲ ਦਾ ਖਰਚਾ ਹੈ ਫੈਕਟਰੀ ਲੈਵਲ ਦਾ ਤਾਂ ਇਹ ਫੰਕਸ਼ਨ ਕਿਹੜਾ ਫੈਕਟਰੀ ਦਾ ਅਤੇ ਇਹਦੀ ਵੇਰੀਏਬਿਲਟੀ ਕੀ ਹੈ ਸੈਮੀ ਵੀ ਹੋ ਸਕਦੀ ਹੈ ਅਤੇ ਫਿਕਸਡ ਵੀ ਹੋ ਸਕਦੀ ਹੈ। ਲਾਸਟ ਦੇਖੋ ਸੇਲਸਮੈਨ ਆਪਾਂ ਨੂੰ ਪਤਾ ਕਿਹੜੇ ਓਵਰਹੈਡ ਦੇ ਵਿੱਚ ਜਾ ਸਕਦਾ ਸੈਲਿੰਗ ਡਿਪਾਰਟਮੈਂਟ ਦੇ ਵਿੱਚ ਜਾ ਸਕਦਾ ਜੇ ਫੈਕਟਰੀ ਪਾਵਰ ਹੈ ਤਾਂ ਨਿਯਮ ਹੀ ਦੱਸ ਰਿਹਾ ਕਿਹੜਾ ਖਰਚਾ ਇਹ ਫੈਕਟਰੀ ਓਵਰਹੈਡ ਦਾ ਜੇ ਮੈਨੇਜਰ ਦੀ ਸੈਲਰੀ ਹੈ ਸੈਲਰੀ ਕਿਹੜੇ ਆਫਿਸ ਵਿੱਚ ਆਉਂਦੀ ਹੈ ਐਡਮਿਨ ਡਿਪਾਰਟਮੈਂਟ ਦੇ ਵਿੱਚ ਤਾਂ ਇਹ ਕੀ ਹੈ ਫੰਕਸ਼ਨ ਦੇ ਅਕੋਰਡਿੰਗ ਕੀ ਕੀਤੀ ਇਸ ਦੀ ਕਲਾਸੀਫਿਕੇਸ਼ਨ ਕੀਤੀ ਆ। ਨੈਕਸਟ ਇਜ਼ ਐਲੀਮੈਂਟ ਵਾਈਜ਼ ਕਿਵੇਂ ਹੋ ਸਕਦੀ ਹੈ ਵੀ ਇਨਡਾਇਰੈਕਟ ਮਟੀਰੀਅਲ ਹੈ ਇਨਡਾਇਰੈਕਟ ਲੇਬਰ ਹੈ ਜਾਂ ਫਿਰ ਇਨਡਾਇਰੈਕਟ ਐਕਸਪੈਂਸਿਸ ਨੇ। ਨੈਕਸਟ ਇਜ਼ ਨੇਚਰ ਆਫ ਐਕਸਪੈਂਸਿਸ ਦੇ ਅਕੋਰਡਿੰਗ ਕੀ ਹੋ ਸਕਦੇ ਨੇ ਰਿਸਪੋਂਸੀਬਿਲਿਟੀ ਸੈਂਟਰਸ ਦੇ ਅਕੋਰਡਿੰਗ ਹੋ ਸਕਦੇ ਨੇ ਜਾਂ ਫਿਰ ਮਾਰਜਨਲ ਕਾਸਟ ਮੇ ਬੀ ਅਪਲਾਈਡ ਵਿਦ ਬੈਨੀਫਿਟ ਟੂ ਹੈਵ ਵਾਈਟਲ ਮੈਨੇਜੀਰੀਅਲ ਬੇਸਿਸ ਦੇ ਲਈ ਵੀ ਹੋ ਸਕਦੀ ਹੈ ਕਲਾਸੀਫਿਕੇਸ਼ਨ। ਨੈਕਸਟ ਇਜ਼ ਕੋਡੀਫਿਕੇਸ਼ਨ ਆਫ ਓਵਰਹੈਡ ਇਹ ਟੌਪਿਕ ਜਿਹੜਾ ਬਿਲਕੁਲ ਸਿੰਪਲ ਜਿਹਾ ਟੌਪਿਕ ਹੈ ਕੋਡੀਫਿਕੇਸ਼ਨ ਆਫ ਓਵਰਹੈਡ ਪੇਜ ਨੰਬਰ 3.19 ਤੱਕ ਇਸ ਨੂੰ ਤੁਸੀਂ ਰੀਡ ਕਰ ਲਿਓ ਇੱਕ ਵਾਰ ਕੋਈ ਡਾਊਟ ਹੋਇਆ ਤਾਂ ਪੁੱਛ ਲਿਓ। ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਟੌਪਿਕਸ ਕਰਾਂਗੇ। ਥੈਂਕ ਯੂ।